ਵਿਆਹ ਤੋਂ ਬਾਅਦ ਮੇਰੀ ਪਤਨੀ ਹਰ ਹਫ਼ਤੇ ਆਪਣੇ ਭਰਾ ਦੇ ਘਰ ਜਾਂਦੀ ਸੀ। ਮੇਰੇ ਘਰਦੇ ਜਦੋਂ ਉਸ ਨੂੰ ਜਾਣ ਤੋਂ ਮਨਾ ਕਰਦੇ ਸੀ ਤਾਂ ਉਹ ਕਿਸੇ ਦੀ ਨਾ ਸੁਣਦੀ ਤੇ ਚਲੇ ਜਾਂਦੀ। ਮੈਨੂੰ ਵੀ ਆਪਣੀ ਪਤਨੀ 'ਤੇ ਸ਼ੱਕ ਹੋਣ ਲੱਗ ਗਿਆ। ਫਿਰ ਇੱਕ ਦਿਨ ਮੈਂ ਉਸ ਦਾ ਪਿੱਛਾ ਕੀਤਾ ਤੇ ਉਹਦੇ ਭਰਾ ਦੇ ਘਰ ਚਲਾ ਗਿਆ। ਜਦੋਂ ਮੈਂ ਅੰਦਰ ਜਾ ਕੇ ਉਹਦੇ ਭਰਾ ਦੇ ਕਮਰੇ ਵਿੱਚ ਗਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉੱਥੇ ਮੇਰੀ ਪਤਨੀ ਕਮਰੇ ਵਿੱਚ ਮੇਰਾ ਵਿਆਹ ਰੀਨਾ ਨਾਲ ਹੋਇਆ ਸੀ। ਰੀਨਾ ਬਹੁਤ ਖੂਬਸੂਰਤ ਸੀ। ਉਹਦੇ ਮੰਮੀ ਡੈਡੀ ਨਹੀਂ ਸੀ, ਸਿਰਫ ਭਰਾ ਤੇ ਭਾਬੀ ਸੀ। ਰੀਨਾ ਬਹੁਤ ਵਧੀਆ ਕੁੜੀ ਸੀ। ਵਿਆਹ ਤੋਂ ਬਾਅਦ ਥੋੜੇ ਦਿਨਾਂ ਵਿੱਚ ਹੀ ਉਸਨੇ ਪੂਰੇ ਘਰ ਨੂੰ ਸੰਭਾਲ ਲਿਆ ਸੀ ਤੇ ਮੇਰੇ ਮੰਮੀ ਪਾਪਾ ਦੀ ਵੀ ਬਹੁਤ ਇੱਜ਼ਤ ਕਰਦੀ ਸੀ ਤੇ ਸਾਰਿਆਂ ਦਾ ਬਹੁਤ ਖਿਆਲ ਰੱਖਦੀ ਸੀ। ਪਰ ਉਸ ਦੀ ਇੱਕ ਹੀ ਅਜੀਬ ਆਦਤ ਸੀ ਕਿ ਉਹ ਹਰ ਹਫ਼ਤੇ ਆਪਣੇ ਭਰਾ ਦੇ ਘਰ ਜਾਂਦੀ ਸੀ। ਸ਼ੁਰੂ ਵਿੱਚ ਤਾਂ ਅਸੀਂ ਸੋਚਿਆ ਕਿ ਨਵਾਂ ਵਿਆਹ ਹੋਇਆ, ਇਸ ਲਈ ਇੱਥੇ ਦਿਲ ਨਹੀਂ ਲੱਗਦਾ ਹੋਣਾ, ਕੋਈ ਗੱਲ ਨਹੀਂ ਜੇ ਜਾਂਦੀ ਆ। ਪਰ ਵਿਆਹ ਤੋਂ 6 ਮਹੀਨੇ ਬਾਅਦ ਵੀ ਉਸ ਦਾ ਇਹੀ ਰੁਟੀਨ ਚੱਲਦਾ ਰਿਹਾ। ਭਾਵੇਂ ਘਰ ਵਿੱਚ ਕੋਈ ਵੀ ਮਹਿਮਾਨ ਆਇਆ ਹੋਵੇ ਜਾਂ ਬਿਮਾਰ ਹੋਵੇ ਤਾਂ ਵੀ ਉਸ ਨੇ ਹਰ ਹਫ਼ਤੇ ਜਾਣਾ ਹੀ ਹੁੰਦਾ ਹੈ। ਤੇ ਇੱਕ ਹੋਰ ਅਜੀਬ ਗੱਲ ਸੀ ਕਿ ਉਹ ਮੈਨੂੰ ਕਦੇ ਵੀ ਨਾਲ ਨਹੀਂ ਲੈ ਕੇ ਜਾਂਦੀ ਸੀ ਤੇ ਕਹਿੰਦੀ ਸੀ ਮੈਂ ਇਕੱਲੀ ਨਹੀਂ ਜਾਣਾ। ਮੈਨੂੰ ਉਹਦੀ ਇਸ ਗੱਲ 'ਤੇ ਬਹੁਤ ਗੁੱਸਾ ਹੁੰਦਾ, ਪਰ ਉਹ ਸਾਰਿਆਂ ਨਾਲ ਇੰਨੇ ਪਿਆਰ ਨਾਲ ਰਹਿੰਦੀ ਸੀ ਕਿ ਨਾ ਚਾਹੁੰਦੇ ਹੋਏ ਵੀ ਮੇਰਾ ਗੁੱਸਾ ਸ਼ਾਂਤ ਹੋ ਜਾਂਦਾ ਸੀ। ਮੈਨੂੰ ਹੁਣ ਉਹਦੇ 'ਤੇ ਸ਼ੱਕ ਹੋਣ ਲੱਗ ਗਿਆ ਸੀ ਕਿ ਜ਼ਰੂਰ ਰੀਨਾ ਮੇਰੇ ਤੋਂ ਕੋਈ ਗੱਲ ਛੁਪਾ ਰਹੀ। ਫਿਰ ਇੱਕ ਦਿਨ ਜਦੋਂ ਉਸ ਨੇ ਕਿਹਾ ਕਿ ਮੈਂ ਆਪਣੇ ਭਰਾ ਦੇ ਘਰ ਜਾਣਾ ਤਾਂ ਮੈਂ ਬਿਨਾਂ ਕੋਈ ਬਹਿਸ ਕੀਤੇ ਜਾਣ ਲਈ ਹਾਂ ਕਰ ਦਿੱਤੀ, ਕਿਉਂਕਿ ਉੱਦਾਂ ਵੀ ਉਹਨੇ ਜਾ ਕੇ ਹੀ ਰਹਿਣਾ। ਪਰ ਮੈਂ ਰਸਤੇ ਵਿੱਚ ਕਿਸੇ ਦੇ ਘਰ ਕੋਲ ਰੁਕ ਗਿਆ ਜਿੱਥੇ ਮੈਨੂੰ ਕੋਈ ਦੇਖ ਨਾ ਸਕੇ। ਥੋੜੇ ਟਾਈਮ ਬਾਅਦ ਰੀਨਾ ਘਰੋਂ ਬਾਹਰ ਆਈ ਤੇ ਆਟੋ ਵਿੱਚ ਬੈਠ ਕੇ ਚਲੇ ਗਈ। ਮੈਂ ਵੀ ਆਪਣਾ ਮੋਟਰਸਾਈਕਲ ਛੱਡ ਕੇ ਦੂਜੇ ਆਟੋ ਵਿੱਚ ਬੈਠ ਕੇ ਉਸ ਦਾ ਪਿੱਛਾ ਕਰਨ ਲੱਗ ਗਿਆ। ਜਦੋਂ ਉਸ ਦਾ ਆਟੋ ਉਹਦੇ ਭਰਾ ਦੇ ਘਰ ਦੇ ਬਾਹਰ ਜਾ ਕੇ ਰੁਕਿਆ ਤਾਂ ਮੇਰਾ ਇੱਕ ਸ਼ੱਕ ਤਾਂ ਖਤਮ ਹੋ ਗਿਆ ਕਿ ਇਹ ਆਪਣੇ ਭਰਾ ਦੇ ਘਰ ਹੀ ਜਾਂਦੀ ਹੈ। ਰੀਨਾ ਘਰ ਦੇ ਅੰਦਰ ਚਲੇ ਗਈ ਤੇ ਮੈਂ ਬਾਹਰ ਖੜਾ ਸੋਚ ਰਿਹਾ ਸੀ ਕਿ ਅੰਦਰ ਜਾਵਾਂ ਕਿ ਨਾ। ਉਹਦਾ ਭਰਾ ਤੇ ਭਰਜਾਈ ਕੀ ਸੋਚਣਗੇ ਕਿ ਰੀਨਾ ਦੇ ਪਿੱਛੇ ਕਿਉਂ ਆਇਆ। ਕਾਫੀ ਟਾਈਮ ਸੋਚਣ ਤੋਂ ਬਾਅਦ ਮੈਂ ਫੈਸਲਾ ਲਿਆ ਕਿ ਅੰਦਰ ਚਲਾ ਹੀ ਜਾਂਦਾ, ਜੋ ਹੋਊਗਾ ਦੇਖਿਆ ਜਾਊ। ਮੈਂ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਮੈਨੂੰ ਦੇਖ ਕੇ ਪਰੇਸ਼ਾਨ ਜਿਹੀ ਹੋ ਗਈ ਤੇ ਉਸਨੇ ਦੱਸਿਆ ਕਿ ਘਰ ਕੋਈ ਨਹੀਂ ਹੈ, ਭਰਾ ਭਾਬੀ ਕਿਤੇ ਗਏ ਹੋਏ ਨੇ ਤੇ ਮੈਨੂੰ ਉੱਥੇ ਹੋਈ ਵਾਪਸ ਭੇਜਣਾ ਚਾਹੁੰਦੀ ਸੀ। ਮੈਂ ਉਹਨੂੰ ਸਾਈਡ ਹੋਣ ਤੇ ਕਿਹਾ। ਉਹ ਨੌਕਰਾਣੀ ਸੀ, ਇਸ ਲਈ ਕੁਝ ਨਹੀਂ ਬੋਲੀ। ਮੈਂ ਜਦੋਂ ਅੰਦਰ ਗਿਆ ਤਾਂ ਇੱਕ ਕਮਰੇ ਵਿੱਚੋਂ ਕਿਸੇ ਦੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ। ਮੈਂ ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੀ ਪਤਨੀ ਇੰਨਾ ਜ਼ਿਆਦਾ ਗਿਰ ਸਕਦੀ ਹੈ ਤੇ ਮੈਂ ਇਹ ਸਭ ਦੇਖ ਕੇ ਉੱਥੋਂ ਹੀ ਵਾਪਸ ਆ ਗਿਆ। ਮੈਂ ਨੌਕਰਾਣੀ ਨੂੰ ਗੁੱਸੇ ਨਾਲ ਕਿਹਾ ਕਿ ਕਿਸੇ ਨੂੰ ਵੀ ਮੇਰੇ ਇੱਥੇ ਆਉਣ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ। ਨੌਕਰਾਣੀ ਬੋਲੀ ਠੀਕ ਹੈ ਸਾਹਿਬ। ਮੈਂ ਘਰ ਵਾਪਸ ਆ ਗਿਆ ਤੇ ਸੋਚਣ ਲੱਗ ਪਿਆ ਕਿ ਰੀਨਾ ਮੇਰੇ ਨਾਲ ਇੱਦਾਂ ਕਿਵੇਂ ਕਰ ਸਕਦੀ ਹੈ, ਮੈਨੂੰ ਧੋਖਾ ਕਿਉਂ ਦੇ ਰਹੀ। ਸ਼ਾਮ ਤੱਕ ਰੀਨਾ ਵੀ ਘਰ ਆ ਗਈ। ਉਹ ਬਿਲਕੁਲ ਨਾਰਮਲ ਲੱਗ ਰਹੀ ਸੀ ਤੇ ਮੈਂ ਵੀ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਮੇਰਾ ਉਹਦੇ ਨਾਲ ਗੱਲ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ ਤੇ ਮੈਂ ਚੁੱਪ ਕਰਕੇ ਸੋ ਗਿਆ। ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਦਾ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਤੇ ਮੈਨੂੰ ਉਹਨੂੰ ਛੱਡ ਦੇਣਾ ਚਾਹੀਦਾ ਹੈ। ਪਰ ਫਿਰ ਮੈਂ ਸੋਚਿਆ ਕਿ ਪਹਿਲਾਂ ਸੱਚ ਦਾ ਤਾਂ ਪਤਾ ਕਰਨਾ ਚਾਹੀਦਾ ਕਿ ਉਹ ਇੱਦਾਂ ਕਿਉਂ ਕਰ ਰਹੀ। ਇਸ ਤਰ੍ਹਾਂ ਹੀ 10 ਦਿਨ ਲੰਘ ਗਏ ਤੇ ਰੀਨਾ ਪ੍ਰੈਗਨੈਂਟ ਹੋ ਗਈ। ਪਰ ਮੈਨੂੰ ਤਾਂ ਸ਼ੱਕ ਹੋ ਰਿਹਾ ਸੀ ਕਿ ਇਹ ਬੱਚਾ ਮੇਰਾ ਨਹੀਂ ਹੈ। ਮੈਂ ਸੋਚਿਆ ਕਿ ਇਸ ਸੱਚਾਈ ਦਾ ਪਤਾ ਤਾਂ ਬੱਚਾ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। DNA ਟੈਸਟ ਕਰਵਾ ਕੇ
ਮੈਂ ਰੀਨਾ ਨੂੰ ਕਿਸੇ ਗੱਲ ਦਾ ਕੋਈ ਸ਼ੱਕ ਨਹੀਂ ਹੋਣ ਦਿੱਤਾ ਤੇ ਨਾਰਮਲ ਤਰੀਕੇ ਨਾਲ ਉਹਦਾ ਧਿਆਨ ਰੱਖਣ ਲੱਗ ਗਿਆ। ਇਸ ਹਾਲਤ ਵਿੱਚ ਵੀ ਉਹ ਹਰ ਹਫ਼ਤੇ ਆਪਣੇ ਭਰਾ ਦੇ ਘਰ ਜਾਂਦੀ ਸੀ ਤੇ ਜਦੋਂ ਡਿਲੀਵਰੀ ਨੂੰ 1 ਮਹੀਨਾ ਰਹਿ ਗਿਆ ਤਾਂ ਡਾਕਟਰ ਨੇ ਬੈੱਡ ਰੈਸਟ ਕਰਨ ਨੂੰ ਕਿਹਾ ਸੀ ਤਾਂ ਰੀਨਾ ਜਿੱਦ ਕਰਨ ਲੱਗ ਪਈ ਕਿ ਆਪਣੇ ਭਰਾ ਦੇ ਘਰ ਹੀ ਬੱਚਾ ਪੈਦਾ ਕਰੇਗੀ। ਪਰ ਮੇਰੇ ਮੰਮੀ ਨਹੀਂ ਮੰਨੇ। ਉਹ ਬੋਲੇ ਕਿ ਸਾਡੇ ਪਹਿਲਾ ਬੱਚਾ ਸਹੁਰੇ ਘਰ ਹੀ ਹੁੰਦਾ। ਬਹੁਤ ਲੜਾਈ ਵੀ ਹੋਈ ਤੇ ਫਿਰ ਰੀਨਾ ਮੰਨ ਗਈ। ਇਸ ਦੌਰਾਨ ਰੀਨਾ ਬਹੁਤ ਪਰੇਸ਼ਾਨ ਰਹਿੰਦੀ ਸੀ, ਜਿਵੇਂ ਉਸ ਦਾ ਕੁਝ ਗਵਾਚ ਗਿਆ ਹੁੰਦਾ। ਹੌਲੀ ਹੌਲੀ ਟਾਈਮ ਲੰਘਦਾ ਗਿਆ ਤੇ 9 ਮਹੀਨੇ ਪੂਰੇ ਹੋ ਗਏ ਤੇ ਰੀਨਾ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ। ਸਾਰੇ ਬਹੁਤ ਖੁਸ਼ ਸੀ, ਪਰ ਮੈਂ ਤਾਂ ਇਸ ਪਰੇਸ਼ਾਨੀ ਵਿੱਚ ਸੀ ਕਿ ਇਹ ਮੇਰਾ ਬੱਚਾ ਹੈ ਵੀ ਜਾਂ ਨਹੀਂ। ਸਾਡੇ ਘਰ 21 ਦਿਨਾਂ ਬਾਅਦ ਹੀ ਬੱਚੇ ਦੇ ਵਾਲ ਉਤਾਰੇ ਜਾਂਦੇ ਤੇ ਮੈਂ ਉਹ ਵਾਲ ਲੈ ਕੇ DNA ਟੈਸਟ ਕਰਵਾਉਣ ਚਲਾ ਗਿਆ ਤੇ ਰਿਪੋਰਟ ਆਉਣ ਦਾ ਇੰਤਜ਼ਾਰ ਕਰਨ ਲੱਗ ਗਿਆ। ਜਦੋਂ ਬੱਚਾ 1 ਮਹੀਨੇ ਦਾ ਹੋ ਗਿਆ ਤੇ ਰੀਨਾ ਆਪਣੇ ਘਰ ਜਾਣ ਦੀ ਜਿੱਦ ਕਰਨ ਲੱਗ ਗਈ। ਮੰਮੀ ਨੇ ਉਹਨਾਂ ਦੇ ਬਹੁਤ ਜ਼ੋਰ ਲਾਉਣ ਤੇ ਰੀਨਾ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਮੈਂ ਵੀ ਅਗਲੇ ਹੀ ਦਿਨ ਰੀਨਾ ਨੂੰ ਉਸ ਦੇ ਘਰ ਮਿਲਣ ਚਲਾ ਗਿਆ ਤਾਂ ਕਿ ਕੁਝ ਪਤਾ ਲੱਗ ਸਕੇ। ਮੈਂ ਕਾਫੀ ਟਾਈਮ ਉੱਥੇ ਬੈਠਾ ਰਿਹਾ। ਸਭ ਕੁਝ ਨਾਰਮਲ ਸੀ, ਪਰ ਇੱਕ ਗੱਲ ਸੀ ਕਿ ਪਹਿਲਾਂ ਉਹਨਾਂ ਨੇ ਸਿਰਫ ਨੌਕਰਾਣੀ ਰੱਖੀ ਸੀ ਤੇ ਹੁਣ ਇੱਕ ਹੋਰ ਆਦਮੀ ਨੌਕਰ ਰੱਖ ਲਿਆ ਸੀ। ਮੈਂ ਜਦੋਂ ਰੀਨਾ ਦੇ ਭਰਾ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੇਰੀ ਪਤਨੀ ਠੀਕ ਨਹੀਂ ਰਹਿੰਦੀ, ਇਸ ਲਈ 2 ਨੌਕਰ ਰੱਖੇ ਆ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹੀ ਹੀ ਰੀਨਾ ਦਾ ਆਸ਼ਿਕ ਹੋਣਾ। ਰੀਨਾ ਦੇ ਭਰਾ ਦੀ ਆਮਦਨ ਇੰਨੀ ਵੀ ਨਹੀਂ ਸੀ ਕਿ ਉਹ 2 ਨੌਕਰ ਰੱਖ ਸਕੇ। ਰੀਨਾ ਨੂੰ ਮਾਇਕੇ ਗਈ ਨੂੰ ਹਫ਼ਤਾ ਹੀ ਹੋਇਆ ਸੀ ਕਿ ਟੈਸਟ ਦੀ ਰਿਪੋਰਟ ਵੀ ਆ ਗਈ। ਰਿਪੋਰਟ ਮੇਰੀ ਸੋਚ ਤੋਂ ਬਿਲਕੁਲ ਉਲਟ ਸੀ। ਇਹ ਬੱਚਾ ਮੇਰਾ ਹੀ ਸੀ। ਇਸ ਗੱਲ ਨਾਲ ਮੈਨੂੰ ਤਸੱਲੀ ਹੋ ਗਈ, ਪਰ ਇੱਕ ਪਰੇਸ਼ਾਨੀ ਸੀ ਕਿ ਮੇਰੇ ਕੋਲ ਮੇਰੀ ਪਤਨੀ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਤੇ ਜੇ ਮੈਂ ਐਦਾਂ ਹੀ ਸਾਰਿਆਂ ਨੂੰ ਦੱਸਦਾ ਤਾਂ ਮੇਰੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਸੀ, ਕਿਉਂਕਿ ਰੀਨਾ ਸਾਰਿਆਂ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ ਤੇ ਮੇਰੇ ਮੰਮੀ ਡੈਡੀ ਵੀ ਉਹਦੇ ਤੇ ਬਹੁਤ ਵਿਸ਼ਵਾਸ ਕਰਦੇ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ, ਕਿਵੇਂ ਆਪਣੀ ਪਤਨੀ ਦਾ ਸੱਚ ਸਾਰਿਆਂ ਨੂੰ ਦੱਸਾਂ। ਮੈਂ ਅਕਸਰ ਆਪਣੇ ਬੱਚੇ ਨੂੰ ਮਿਲਣ ਜਾਂਦਾ ਰਹਿੰਦਾ ਸੀ, ਪਰ ਹੁਣ ਉਹ ਆਦਮੀ ਨੌਕਰ ਨਹੀਂ ਦਿਸਦਾ ਸੀ। ਜਦੋਂ ਮੈਂ ਉਸ ਨੌਕਰ ਬਾਰੇ ਉਹਦੇ ਭਰਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਬਹੁਤ ਕੰਮਚੋਰ ਸੀ, ਇਸ ਲਈ ਕੰਮ ਤੋਂ ਕੱਢ ਦਿੱਤਾ। ਰੀਨਾ ਕੁਝ ਦਿਨ ਆਪਣੇ ਮਾਇਕੇ ਘਰ ਰਹਿ ਕੇ ਵਾਪਸ ਆ ਗਈ ਸੀ, ਪਰ ਮੇਰੇ ਕੋਲ ਹਜੇ ਤੱਕ ਉਸਦੇ ਖਿਲਾਫ ਕੋਈ ਸਬੂਤ ਨਹੀਂ ਸੀ। ਰੀਨਾ ਘਰ ਆ ਕੇ ਸਾਰਿਆਂ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ ਤੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਸੀ। ਪਰ ਉਹਦਾ ਉਹੀ ਰੂਟੀਨ ਹਰ ਹਫ਼ਤੇ ਘਰੋਂ ਜਾਣ ਵਾਲਾ ਸ਼ੁਰੂ ਹੋ ਗਿਆ। ਇੱਕ ਦਿਨ ਮੈਂ ਰੀਨਾ ਦੇ ਜਾਣ ਤੋਂ ਬਾਅਦ ਉਸਦੇ ਪਿੱਛੇ ਚਲਾ ਗਿਆ। ਜਦੋਂ ਮੈਂ ਗਿਆ ਤਾਂ ਉਹਦੀ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਦੇਖ ਕੇ ਉਹਦਾ ਰੰਗ ਉੱਡ ਗਿਆ ਤੇ ਉਹ ਪਰੇਸ਼ਾਨ ਹੋ ਗਈ। ਮੈਂ ਆਪ ਹੀ ਅੰਦਰ ਚਲਾ ਗਿਆ। ਅੱਜ ਫਿਰ ਉਸੇ ਕਮਰੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਣ ਲੱਗਿਆ ਤਾਂ ਉਸ ਦੀ ਭਾਬੀ ਬੋਲੀ, ਉਹ ਬੱਚੇ ਨਾਲ ਗੱਲਾਂ ਕਰ ਰਹੀ ਹੈ। ਫਿਰ ਵੀ ਮੈਂ ਦਰਵਾਜ਼ਾ ਖੋਲ੍ਹ ਲਿਆ ਤੇ ਬੱਚਾ ਸੁੱਤਾ ਪਿਆ ਸੀ ਤੇ ਬੈੱਡ ਤੇ ਇੱਕ ਨੌਜਵਾਨ ਮੁੰਡਾ ਪਿਆ ਸੀ ਤੇ ਮੇਰੀ ਪਤਨੀ ਉਸ ਕੋਲ ਬੈਠੀ ਸੀ। ਮੈਨੂੰ ਦੇਖ ਕੇ ਰੀਨਾ ਦਾ ਰੰਗ ਉੱਡ ਗਿਆ ਤੇ ਉਹ ਯਕਦਮ ਖੜੀ ਹੋ ਗਈ। ਮੈਂ ਉਹਨੂੰ ਕਿਹਾ ਕਿ ਇਹ ਮੁੰਡਾ ਕੌਣ ਹੈ। ਉਹ ਕੁਝ ਨਹੀਂ ਬੋਲੀ। ਮੈਂ ਉਸ ਮੁੰਡੇ ਨੂੰ ਵੀ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਮੇਰੀ ਪਤਨੀ ਨਾਲ ਕੀ ਕਰ ਰਿਹਾ। ਉਹ ਮੇਰੇ ਵੱਲ ਹੀ ਦੇਖਦਾ ਰਿਹਾ ਤੇ ਅੱਖਾਂ ਵੀ ਹੋਰ ਤਰ੍ਹਾਂ ਕਰ ਰਿਹਾ ਸੀ। ਐਨੇ ਨੂੰ ਰੀਨਾ ਦਾ ਭਰਾ ਵੀ ਆ ਗਿਆ ਤੇ ਬੋਲਿਆ, ਜੇ ਤੁਸੀਂ ਹੁਣ ਆ ਗਏ ਤਾਂ ਮੈਂ ਤੁਹਾਨੂੰ ਸਾਰਾ ਸੱਚ ਦੱਸ ਦਿੰਦਾ ਹਾਂ। ਉਸ ਨੇ ਦੱਸਿਆ ਕਿ ਇਹ ਮੁੰਡਾ ਸਾਡਾ ਛੋਟਾ ਭਰਾ ਹੈ ਤੇ ਦਿਮਾਗੀ ਮਰੀਜ਼ ਹੈ। ਇਹ ਛੋਟੇ ਬੱਚਿਆਂ ਦੀ ਤਰ੍ਹਾਂ ਕਰਦਾ ਹੈ। ਬਚਪਨ ਤੋਂ ਹੀ ਇਹ ਇਸ ਤਰ੍ਹਾਂ ਦਾ ਹੈ। ਸ਼ੁਰੂ ਤੋਂ ਹੀ ਮੇਰੀ ਮਾਂ ਤੇ ਰੀਨਾ ਹੀ ਇਸ ਨੂੰ ਸੰਭਾਲਦੀਆਂ ਸੀ। ਮੰਮੀ ਦੀ ਮੌਤ ਤੋਂ ਬਾਅਦ ਰੀਨਾ ਹੀ ਉਸ ਨੂੰ ਨਹਾਉਂਦੀ ਸੀ ਤੇ ਉਹਦੇ ਕੱਪੜੇ ਬਦਲਦੀ ਸੀ।
ਜੇ ਅਸੀਂ ਉਹਦੇ ਕੋਲ ਜਾਂਦੇ ਹਾਂ ਤਾਂ ਉਹ ਬਹੁਤ ਰੌਲਾ ਪਾਉਣ ਲੱਗ ਜਾਂਦਾ। ਮੈਂ ਹੀ ਉਸ ਨੂੰ ਖਾਣ ਪੀਣ ਨੂੰ ਦਿੰਦਾ ਸੀ। ਮੈਨੂੰ ਦੇਖ ਕੇ ਵੀ ਉਹ ਬਹੁਤ ਰੌਲਾ ਪਾਉਂਦਾ ਤੇ ਨਾ ਹੀ ਮੇਰੇ ਕੋਲ ਨਹਾਉਂਦਾ ਤੇ ਕੱਪੜੇ ਪਾਉਂਦਾ। ਆਪਣੀ ਭਾਬੀ ਨੂੰ ਤਾਂ ਉਹ ਲਾਗੇ ਵੀ ਨਹੀਂ ਆਉਣ ਦਿੰਦਾ। ਬਸ ਰੀਨਾ ਦੀ ਹੀ ਹਰ ਗੱਲ ਮੰਨਦਾ। ਤਾਂ ਹੀ ਤੁਹਾਡੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਰੀਨਾ ਇੱਥੇ ਆਉਂਦੀ ਸੀ ਤਾਂ ਕਿ ਆਪਣੇ ਭਰਾ ਦੇ ਕੱਪੜੇ ਬਦਲ ਸਕੇ ਤੇ ਉਹਨੂੰ ਨਹਾ ਸਕੇ। ਜਦੋਂ ਰੀਨਾ ਪ੍ਰੈਗਨੈਂਟ ਸੀ, ਇੱਥੇ ਨਹੀਂ ਆ ਸਕਦੀ ਸੀ ਤਾਂ ਅਸੀਂ ਇਹਦੀ ਦੇਖਭਾਲ ਲਈ ਇੱਕ ਨੌਕਰ ਰੱਖ ਲਿਆ ਸੀ, ਪਰ ਉਸ ਨੌਕਰ ਤੋਂ ਵੀ ਇਹ ਸੰਭਾਲਿਆ ਨਹੀਂ ਜਾਂਦਾ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ ਤੇ ਮੈਂ ਕਿਹਾ, ਤੁਸੀਂ ਇਹ ਸਭ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਰੀਨਾ ਨੂੰ ਕਦੇ ਵੀ ਇੱਥੇ ਆਉਣ ਲਈ ਮਨਾ ਨਹੀਂ ਕਰਦਾ। ਉਹ ਬੋਲੇ, ਵਿਆਹ ਤੋਂ ਪਹਿਲਾਂ ਅਸੀਂ ਤੁਹਾਨੂੰ ਸੱਚ ਨਹੀਂ ਦੱਸਿਆ ਤੇ ਜੇ ਵਿਆਹ ਤੋਂ ਬਾਅਦ ਦੱਸਦੇ ਤਾਂ ਤੁਸੀਂ ਸਾਡੇ ਬਾਰੇ ਪਤਾ ਨਹੀਂ ਕੀ ਸੋਚਣਾ ਸੀ, ਇਸ ਲਈ ਇਹ ਗੱਲ ਦੱਸਣ ਦੀ ਹਿੰਮਤ ਨਹੀਂ ਹੋਈ। ਮੈਂ ਰੀਨਾ ਨੂੰ ਕਿਹਾ ਸੀ ਕਿ ਇੱਕ ਦਿਨ ਮੈਂ ਤੈਨੂੰ ਦੇਖਿਆ ਸੀ, ਤੂੰ ਆਪਣੇ ਭਰਾ ਦੇ ਕੱਪੜੇ ਬਦਲ ਰਹੀ ਸੀ ਤੇ ਮੈਂ ਤੈਨੂੰ ਗਲਤ ਸਮਝ ਲਿਆ ਸੀ ਤੇ ਮੈਂ ਰੀਨਾ ਤੋਂ ਮਾਫੀ ਮੰਗੀ ਤੇ ਆਪਣੇ ਘਰਦਿਆਂ ਨੂੰ ਵੀ ਇਸ ਸੱਚ ਬਾਰੇ ਦੱਸ ਦਿੱਤਾ। ਹੁਣ ਮੈਂ ਹਰ ਵਾਰੀ ਰੀਨਾ ਨੂੰ ਉਹਦੇ ਘਰ ਲੈ ਜਾਂਦਾ ਤੇ ਉਹਦੇ ਭਰਾ ਨੂੰ ਸੰਭਾਲਣ ਵਿੱਚ ਉਹਦੀ ਮਦਦ ਵੀ ਕਰਦਾ ਤੇ ਕਈ ਵਾਰ ਹਫ਼ਤੇ ਵਿੱਚ 2 ਵਾਰ ਵੀ ਚਲੇ ਜਾਂਦੇ। ਸੋ ਦੋਸਤੋ, ਸਾਨੂੰ ਕਦੇ ਵੀ ਕੋਈ ਗੱਲ ਛੁਪਾ ਕੇ ਰੱਖਣੀ ਨਹੀਂ ਚਾਹੀਦੀ, ਨਹੀਂ ਤਾਂ ਕਈ ਵਾਰ ਅਨਮੋਲ ਰਿਸ਼ਤੇ ਵੀ ਗੱਲਾਂ ਛੁਪਾਉਣ ਨਾਲ ਟੁੱਟ ਜਾਂਦੇ ਹਨ। ਸੋ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।